मोदी 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 अगे चावलूस बंदे जदों ओदी कोई सभा होंदी है 150 अगे बहा दिंदे आ मोदी 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 है तो मुमकिन है, मोदी है तो मुमकिन है। उन्हें जो अज तक किया जिहड़ा कानून बनाया उन्होंने कोई रोक नहीं सके। सब का साका, जैतो का साका, गुरु के बाग का साका, वो आपां वेख्या नहीं, पढ़ते रहे इतिहास विच भी इन्हां लोकां विच स्पिरिट सी, जज्बा सी, लोग तुर पैंदे सी आप मुहारी। जिहड़े पैसा आ रहा ये कोई खालिस्तानी जां होर फंडिंग नहीं हैगी, ये इन्हां बजुर्गां दे कोई भतीजा किसी का कोई पोतरा कोई है वो देख के साडे बापू उत्थे बैठे इन्नी सर्दी च उन्हां वल्लों मदद की जा रही है। अखां मीट लैणियां जां कन्नों बोला हो जाना वो तो गल वक्री आ, पर हिले पे अंदरों सारे उहदा सुभाਅ बन चुका भी मैं जो करता ਉਹਨੂੰ कोई रोक नहीं सकता। तो ये हुण इत्थे आके अड़ी फस गई आ, इत्थे पेचा फस गया। ये हुण किसान कहते हैं भी तैनूं बदलने पैणे आ, गल हुण इत्थे आ, बाकी सब कुछ सौदा मनण वास्ते तैयार आ। कपटी डूंगी चाल चली पर तोड़ जड़े नहीं दावे, की करां अडानी आका जी मेरी पेश कोई ना जावे, की करां अंबानी आका जी। लेर कोटियां दा सत्कार कौम करदी आ ते जद तक दुनिया करदी रहेगी। इसे तरह ये भजन लाल ने कदे सिखां नूं रोकिया सी दिल्ली आउण तो एशियन गेम वेले, जिन्हां काले अखरां विच ओहदा नां है, उसे तरह इसे हरियाणे के मुख्यमंत्री मनोहर लाल खट्टर इनू लोग लानतां पाउंदे रहणगे, जिसे मोदी नूं लानतां पाउणगे उत्थे खट्टर नूं भी लानतां पाउंदे रहणगे। विदेशां दा बाहर दे लोकां दा सानूं सपोर्ट ना होवे ते इत्थों तक संघर्ष चल नहीं सकदे जिन्ना उन्हां साथ दित्ता। हमेशा ही वो कदे भी जदों साडी सिखां दे हक दी गल होवे विदेशां चों जिन्ना सपोर्ट मिलदी है ਉਹਦਾ ਕਰਕੇ ਹੀ ਅੱਜ ਤੱਕ ਜਿਉਣੇ। ਤੁਸੀਂ ਦੇਖ ਰਹੇ ਹੋ KTV UK। ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨਿਤ ਪੁੱਜਦੀਆਂ ਨੇ, ਤਾਂ ਅੱਜ ਸਿੱਖ ਪੰਥ ਦੀ ਵਿਰਾਸਤ ਜਿਹੜੀ ਇੱਕ ਵਿਸ਼ਰੀ ਜਥਾ ਔਰ ਸਿੱਖ ਪੰਥ ਦੀ ਬੜੀ ਮਾਇਆਨਾਜ ਹਸਤੀ ਭਾਈ ਗੁਰਮੁਖ ਸਿੰਘ ਜੀ ਐਮਏ ਜਿਹੜੇ ਉਹਨਾਂ ਦਾ ਜਥਾ ਪੂਰਾ ਉਹ ਕੁੰਡਲੀ ਬਾਰਡਰ ਦਿੱਲੀ ਤੇ ਪੁੱਜਾ, ਸਟੇਜ ਤੇ ਵੀ ਹਾਜ਼ਰੀ ਲਵਾਈ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਸਵਾਗਤ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ बहुत सारे मेलिਆਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਤੇ ਵੱਡੀਆਂ ਸਟੇਜਾਂ ਤੇ ਜਾਂਦੇ ਔਰ ਕਿਸਾਨ ਸੰਘਰਸ਼ ਦੀ ਸਟੇਜ ਤੇ ਆ ਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਵੇਖੋ ਜਦੋਂ ਪੁਰਾਣਾ ਇਤਿਹਾਸ ਪੜ੍ਹੀਦਾ ਜਿਹੜੀ ਸਪਿਰਿਟ ਸੀ ਨਾ, ਖਾਸ ਕਰਕੇ ਅਕਾਲੀ ਲਹਿਰ ਵੇਲੇ, ਸੁਧਾਰ ਲਹਿਰ ਵੇਲੇ, ਪੰਜਾ ਸਾਹਿਬ ਦਾ ਸਾਕਾ, ਜੈਤੋ ਦਾ ਸਾਕਾ, ਗੁਰੂ ਕੇ ਬਾਗ ਦਾ ਸਾਕਾ, ਉਹ ਆਪਾਂ ਵੇਖਿਆ ਨਹੀਂ, ਪੜ੍ਹਦੇ ਰਹੇ ਇਤਿਹਾਸ ਵਿੱਚ ਵੀ ਇਹਨਾਂ ਲੋਕਾਂ ਵਿੱਚ ਸਪਿਰਿਟ ਸੀ, ਜਜ਼ਬਾ ਸੀ, ਲੋਕ ਤੁਰ ਪੈਂਦੇ ਸੀ ਆਪ ਮੁਹਾਰੇ। ਬਿਲਕੁਲ ਉਦੋਂ ਸਗੋਂ ਵੱਧ ਕੇ ਇਸ ਕਿਸਾਨੀ ਸੰਘਰਸ਼ ਵਿੱਚ, ਹਾਲਾਂਕਿ ਉਹ ਧਾਰਮਿਕ ਮਸਲਾ ਸੀ, ਆਪਣੇ ਗੁਰਧਾਮਾਂ ਦੀ ਗੱਲ ਸੀ, ਇਹ ਕਿਸਾਨੀ ਮਸਲਾ ਹੋਣ ਦੇ ਬਾਵਜੂਦ ਵੀ ਇੰਨਾ ਸਤਿਕਾਰ, ਇੰਨਾ ਪਿਆਰ ਹਰ ਵਰਗ ਵੱਲੋਂ। ਇਹ ਕੇਵਲ ਸਿੱਖਾਂ ਦੀ ਗੱਲ ਨਹੀਂ ਇੱਥੇ ਰਹਿ ਗਈ, ਸਾਰੇ ਧਰਮਾਂ ਦੇ ਲੋਕ, ਸਾਰੇ ਵਰਗਾਂ ਦੇ ਲੋਕ, ਹਰ ਡਿਪਾਰਟਮੈਂਟ ਦਾ ਬੰਦਾ ਇਹਦੇ ਪਿੱਛੇ ਆਣ ਖੜੋਤਾ ਹੈ, ਕਿਉਂਕਿ ਇਹ ਹੱਕ ਸੱਚ ਦੀ ਲੜਾਈ ਹੈ। ਤੇ ਸਾਨੂੰ ਤਾਂ ਐਂ ਲੱਗਦਾ ਜਿਵੇਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੁੰਦਾ ਜਾਂ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ, ਜਿਵੇਂ ਸੰਗਤ ਉੱਥੇ ਆਉਂਦੀ ਹੈ ਇਸੇ ਤਰ੍ਹਾਂ ਕਿੰਨੇ ਮੀਲਾਂ ਤੱਕ ਹੀ ਲੰਗਰ ਲੱਗੇ ਆ ਤੇ ਹੁਮਾ ਕੇ ਲੋਕ ਸਾਰੇ ਦੇਸ਼ ਦੇ ਇੱਥੇ ਪਹੁੰਚੇ। ਤਾਂ ਪੂਰੀ ਦੁਨੀਆ ਦੇ ਵਿੱਚ ਕਿਸਾਨ ਸੰਘਰਸ਼ ਦੀਆਂ ਜਿਹੜੀਆਂ ਗੂੰਜਾਂ ਪੈ ਰਹੀਆਂ, ਤਾਂ ਭਾਈ ਸਾਹਿਬ ਤੁਸੀਂ ਵਿਦੇਸ਼ਾਂ 'ਚ ਵੀ ਜਾਂਦੇ ਹੋ, ਵਿਦੇਸ਼ਾਂ 'ਚੋਂ ਵੀ ਤੁਹਾਡੇ ਨਾਲ ਸੰਪਰਕ ਸੰਗਤ ਨੇ ਕੀਤਾ ਹੋਣਾ, ਤੁਸੀਂ ਉੱਥੇ ਜਾਓ, ਉੱਥੇ ਕਿੰਨੀ ਕੁ ਉਤਸੁਕਤਾ ਜਿਹੜੇ ਤੁਹਾਡੇ ਨਾਲ ਮਿਲਣ ਜੁਲਣ ਵਾਲੇ ਬੰਦੇ ਬਾਹਰ? ਬਿਲਕੁਲ ਬਿਲਕੁਲ, ਸਾਨੂੰ ਬਹੁਤ ਉਹਨਾਂ ਦਾ ਵੀ ਤੁਸੀਂ ਕਿਉਂ ਘੱਟ ਕਿਉਂ ਜਾਂਦੇ ਹੋ, ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਕਿਉਂਕਿ ਉੱਥੇ ਵੀ ਸਾਡੇ ਇਹਨਾਂ ਜਿਹੜੇ ਖੇਤੀ ਕਰਦੇ ਇਹਨਾਂ ਦੇ ਕੋਈ ਬੱਚਾ, ਕੋਈ ਪੋਤਰਾ, ਕੋਈ ਬੈਠੇ ਆ, ਉਹਨਾਂ ਦਾ ਦਰਦ। ਇੱਕ ਹੋਰ ਸਵਾਲ ਹੀ ਉੱਠਦਾ, ਕਈ ਮੀਡੀਆ ਵਾਲੇ ਕਰਦੇ ਆ ਜੀ ਇਹ ਤਾਂ ਇੰਨੇ ਪੈਸੇ ਆ ਗਏ ਇਹਨਾਂ ਕੋਲ ਜੀ, ਇਹ ਮਸਾਜ ਦੀਆਂ ਮਸ਼ੀਨਾਂ ਆ ਗਈਆਂ। ਉਹਨਾਂ ਨੂੰ ਜਵਾਬ ਆ ਵੀ ਇਹ ਜਿਹੜੇ ਪੈਸਾ ਆ ਰਿਹਾ ਇਹ ਕੋਈ ਖਾਲਿਸਤਾਨੀ ਜਾਂ ਹੋਰ ਫੰਡਿੰਗ ਨਹੀਂ ਹੈਗੀ, ਇਹ ਇਹਨਾਂ ਬਜ਼ੁਰਗਾਂ ਦੇ ਕੋਈ ਭਤੀਜਾ ਕਿਸੇ ਦਾ ਕੋਈ ਪੋਤਰਾ ਕੋਈ ਹੈ ਉਹ ਵੇਖ ਕੇ ਸਾਡੇ ਬਾਪੂ ਉੱਥੇ ਬੈਠੇ ਇੰਨੀ ਸਰਦੀ 'ਚ ਉਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਜਨਮ ਭਾਉਣ ਦਾ ਪਿਆਰ, ਜਨਮ ਭਾਉਣ ਦਾ, ਮਿੱਟੀ ਨਾਲ ਮੋਹ ਆ, ਇਹ ਜ਼ਮੀਨ ਆਪਣੀ ਵਾਸਤੇ ਲੜਾਈ ਲੜ ਰਹੇ ਆ। ਇਸ ਕਰਕੇ ਬਹੁਤ ਜੇ ਵਿਦੇਸ਼ਾਂ ਦਾ, ਬਾਹਰ ਦੇ ਲੋਕਾਂ ਦਾ ਸਾਨੂੰ ਸਪੋਰਟ ਨਾ ਹੋਵੇ ਤੇ ਇੱਥੋਂ ਤੱਕ ਸੰਘਰਸ਼ ਚੱਲ ਨਹੀਂ ਸਕਦਾ ਜਿੰਨਾ ਉਹਨਾਂ ਦਾ ਸਾਥ ਦਿੱਤਾ ਮਿਲਿਆ। ਹਮੇਸ਼ਾ ਹੀ ਉਹ ਕਦੇ ਵੀ ਜਦੋਂ ਸਾਡੀ ਸਿੱਖਾਂ ਦੇ ਹੱਕ ਦੀ ਗੱਲ ਹੋਵੇ ਵਿਦੇਸ਼ਾਂ 'ਚੋਂ ਜਿੰਨਾ ਸਪੋਰਟ ਮਿਲਦੀ ਆ ਉਹਦਾ ਕਰਕੇ ਹੀ ਅਸੀਂ ਅੱਜ ਤੱਕ ਜਿਉਂਦੇ ਹਾਂ। ਤਾਂ ਜਿੱਥੇ ਟਰਾਲੀਆਂ ਤੇ ਕਿਸਾਨੀ ਦੇ ਨਾਅਰੇ ਲਿਖੇ ਆ, ਬੋਲੇ ਸੋਹਣੇ ਹਾਲ ਦੇ ਨਾਅਰੇ ਲਾਏ, ਜਕਾਰੇ ਲਾਏ ਜਾ ਰਹੇ ਆ, ਉੱਥੇ ਟਰਾਲੀਆਂ ਤੇ ਲਿਖਿਆ ਹੋਇਆ ਵੀ ਤੁਸੀਂ ਵਸਦੇ ਰਹੋ ਪਰਦੇਸੀ ਹੋ, ਤੁਹਾਡੇ ਨਾਲ ਵਸੇ ਪੰਜਾਬ। ਸਾਡੇ ਕੋਲ ਬੈਕਅਪ ਬਹੁਤ ਵੱਡਾ, ਭਾਰਤੀ ਸਰਕਾਰ ਨਾਲ ਅਸੀਂ ਮੱਥਾ ਲਾ ਲਿਆ, ਪਰ ਸਾਨੂੰ ਪਤਾ ਸਾਡੇ ਕੋਲ ਬੈਕਅਪ ਐਡਾ ਹੈ ਕਿ ਵੀ ਸ਼ਾਮ ਨੂੰ ਲੋੜ ਪਵੇ ਤਾਂ 1000 ਕਰੋੜ ਵੀ ਆ ਸਕਦਾ। ਬੜੇ ਗੱਫੇ ਖੁੱਲੇ ਇਹੋ ਤੇ ਉਹਦੇ ਮਨ 'ਚ ਭੁਲੇਖਾ ਮੋਦੀ ਦੇ ਸੀ ਵੀ ਇਹ ਕਿਤੇ 4 ਦਿਨ 5 ਦਿਨ 10 ਦਿਨ ਲਾ ਕੇ ਤੁਰ ਪੈਣਗੇ, ਮਗਰ ਕਿਵੇਂ ਇੰਨਾ ਲੰਮਾ ਚੱਲ ਸਕਦਾ। ਪਰ ਇਹਨਾਂ ਨੂੰ ਪਤਾ ਵੀ ਇਹ ਗੁਰੂ ਪੰਥ ਹੈ, ਇਹ ਗੁਰੂ ਨਾਨਕ ਦਾ ਲੰਗਰ ਹੈ।
ਇਹ ਗੁਰੂ ਨਾਨਕ ਦੇ ਲੰਗਰ ਦੀ ਬਰਕਤ ਆ। ਉੱਥੋਂ ਹੀ ਸਪਿਰਟ ਸਾਰੀ ਸਾਨੂੰ ਸਾਰਿਆਂ ਨੂੰ ਮਿਲਦੀ ਹੈ। ਇਹ ਉੱਥੋਂ ਹੀ ਸਾਰਾ ਤੁਹਾਡੇ ਮਨਾਂ 'ਚ ਵਸਦਾ, ਬਾਹਰ ਦੇਸ਼ੀਆਂ ਦਿਲਾਂ ਵਿੱਚ ਉਹ ਮਦਦ ਕਰਦੇ ਸਾਰਾ। ਤਾਂ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਚੱਲ ਰਿਹਾ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਹੰਦ ਦੀ ਸ਼ਹੀਦੀ ਸਭਾ ਚੱਲ ਰਹੀ ਆ ਔਰ ਅਸੀਂ ਅੱਜ ਇੱਥੇ ਬੈਠੇ ਹਾਂ। ਇੱਥੇ ਵੀ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਔਰ ਕੈਸਾ ਸਮਾਂ, ਹਾਲਾਂਕਿ ਸਿੱਖ ਦਾ ਤਾਂ ਫਰਜ਼ ਆ ਉਹ ਜਿੱਥੇ ਹੋਵੇ ਉੱਥੇ ਬਾਣੀ ਪੜ੍ਹੇ, ਗੁਰੂ ਨੂੰ ਯਾਦ ਕਰੇ, ਲੰਗਰ ਲਾਵੇ, ਲੰਗਰ ਵੀ ਲਾ ਲਿਆ, ਬਾਣੀ ਪੜ੍ਹੀ। ਔਰ ਭਾਰਤੀ ਸਰਕਾਰ ਨੂੰ ਇਸ ਨੇ ਕਿਵੇਂ ਦਾ ਜਾਊਗਾ? ਦੇਖੋ, ਬਿਲਕੁਲੋਂ ਅੱਖਾਂ ਮੀਟ ਲੈਣੀਆਂ ਜਾਂ ਕੰਨੋਂ ਬੋਲਾ ਹੋ ਜਾਣਾ ਉਹ ਤਾਂ ਗੱਲ ਵੱਖਰੀ ਆ, ਪਰ ਹਿੱਲੇ ਪਏ ਅੰਦਰੋਂ ਸਾਰੇ। ਪਰ ਇੱਕ ਨਾ ਮੋਦੀ ਦੀ ਇੱਕ ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ, ਮੀਡੀਆ ਨੇ ਇੰਨਾ ਜ਼ਿਆਦਾ, ਉਹਦੇ ਗੋਦੀ ਮੀਡੀਆ ਨੇ ਜ਼ਿਆਦਾ ਇਹਨੂੰ ਚੁੱਕਿਆ, ਇੰਨਾ ਮਹਾਨ ਬਣਾਤਾ। ਮੋਦੀ ਮੋਦੀ ਮੋਦੀ, ਉਹ ਅੱਗੇ ਚਾਵਲੂਸ ਬੰਦੇ ਜਦੋਂ ਉਹਦੀ ਕੋਈ ਸਭਾ ਹੁੰਦੀ ਆ 150 ਅੱਗੇ ਵਧਾ ਦਿੰਦੇ ਆ, ਮੋਦੀ 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 ਹੈ ਤਾਂ ਮੁਮਕਿਨ ਹੈ, ਮੋਦੀ ਹੈ ਤਾਂ ਮੁਮਕਿਨ ਹੈ। ਉਹਨੇ ਜੋ ਅੱਜ ਤੱਕ ਕੀਤਾ, ਜਿਹੜਾ ਕਾਨੂੰਨ ਬਣਾਇਆ, ਉਹਨੂੰ ਕੋਈ ਰੋਕ ਨਹੀਂ ਸਕਿਆ। ਜੇ ਭਾਵੇਂ ਉਹਨੇ ਨੋਟਬੰਦੀ ਕੀਤੀ, ਭਾਵੇਂ GST ਲਾਈ, ਭਾਵੇਂ ਜੰਮੂ ਕਸ਼ਮੀਰ ਨੂੰ ਤੋੜ ਕੇ 370 ਧਾਰਾ ਤੋੜ ਕੇ ਉਹਨੂੰ ਯੂਨੀਅਨ ਟੈਰੀਟਰੀ ਬਣਾਤਾ, ਜਾਂ ਪੰਜਾਬੀ ਭਾਸ਼ਾ ਉੱਥੋਂ ਖੋਲੀ, ਉਹ ਜੋ ਉਹਨੇ ਕਰਤਾ ਉਹਦੇ ਖਿਲਾਫ ਉਹਦੇ ਲੀਕ ਨਹੀਂ ਫੇਰੀ। ਉਹਦਾ ਸੁਭਾਅ ਬਣ ਚੁੱਕਾ ਵੀ ਮੈਂ ਜੋ ਕਰਤਾ ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਇਹ ਹੁਣ ਇੱਥੇ ਆ ਕੇ ਅੜੀ ਫਸ ਗਈ ਆ, ਇੱਥੇ ਪੇਚਾ ਫਸ ਗਿਆ। ਇਹ ਹੁਣ ਕਿਸਾਨ ਕਹਿੰਦੇ ਆ ਵੀ ਤੈਨੂੰ ਇਹ ਬਦਲਣੇ ਪੈਣੇ ਆ। ਗੱਲ ਹੁਣ ਇੱਥੇ ਆ, ਬਾਕੀ ਸਭ ਕੁਝ ਸੋਧਾ ਮੰਨਣ ਵਾਸਤੇ ਤਿਆਰ ਆ, ਪਰ ਇਹ ਨਹੀਂ ਵੀ ਕਾਨੂੰਨ ਨਾ ਮੇਰੇ ਕੋਲ ਰੱਦ ਹੋਵੇ ਕਰਾਓ, ਇਹ ਨਹੀਂ ਮੇਰੀ ਲਾਜ ਰਹਿ ਜੇ, ਮੇਰੀ ਇੱਜ਼ਤ ਰਹਿ ਜਾਵੇ। ਗੱਲ ਇੱਥੇ ਫਸੀ ਆ। ਪਰ ਹਾਕਮ ਬਾਦਸ਼ਾਹ ਹੁੰਦਾ ਲੋਕਾਂ ਦਾ, ਲੋਕਾਂ ਵਾਸਤੇ ਹੁੰਦਾ, ਉਹਦਾ ਫਰਜ਼ ਬਣਦਾ। ਜੇ ਲੋਕ ਨਹੀਂ ਚਾਹੁੰਦੇ ਉਹ ਨਾ ਕਰੋ, ਪਰ ਉਹ ਅੜੀ ਤੇ ਗੱਲ ਅੜੀ ਆ। ਪਰ ਉਹਨੂੰ ਸੰਬੋਧਨ ਕਰਕੇ ਫਿਰ ਅੰਦਰੋਂ ਹਿੱਲਿਆ ਪਾ ਕੇ ਕਹਿੰਦੇ ਵੀ ਨਹੀਂ, ਉਹਦੇ ਸਿਹਤ 'ਤੇ ਅਸਰ ਕੋਈ ਨਹੀਂ। ਉਹ ਰੋਂਦਾ ਹੈ, ਉਹਦੇ 2 ਪੁੱਤ ਆ ਜਾਂ ਪਿਓ ਕਹਿ ਲਓ, ਜਿਨ੍ਹਾਂ ਨਾਲ ਜ਼ਿਆਦਾ ਯਾਰੀ ਹੈ। ਕੌਣ? ਅੰਬਾਨੀ ਤੇ ਅਡਾਨੀ। ਤੇ ਉਹਨਾਂ ਕੋਲ ਜਾ ਕੇ ਰੋ ਕੇ ਜੋ ਕਹਿੰਦਾ, ਮੈਂ ਤੁਹਾਡੀ ਖਾਤਰ ਇਹ 3 ਬਿੱਲਾਂ ਦੇ ਕਰੋਨਾ ਕਾਲ ਵਿੱਚ, ਤੇ ਮੈਂ ਹੁਣ ਕਰਾਂ ਕੀ, ਫਸ ਗਿਆ ਵਾਂ, ਮੇਰੀ ਪੇਸ਼ ਹੀ ਕੋਈ ਨਹੀਂ ਜਾਂਦਾ। ਮੈਂ ਸਾਰੀਆਂ ਚਾਲਾਂ ਵਰਤ ਕੇ ਵੇਖ ਲੀਆਂ ਪਰ ਮੈਂ ਫੇਲ ਹੋ ਗਿਆ। ਜਿਵੇਂ ਉਹ ਰੋਂਦਾ, ਉਹ ਕਵਿਤਾ ਦੇ ਬੋਲ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਰਾਤੀ ਸੁੱਤਿਆਂ ਨੀਂਦ ਨਹੀਂ ਆਉਂਦੀ, ਸੁੱਤਿਆਂ ਨੀਂਦ ਨਹੀਂ ਆਉਂਦੀ, ਹਰਦਮ ਚਿੰਤਾ ਰਹੇ ਸਤਾਉਂਦੀ, ਹਰਦਮ ਚਿੰਤਾ ਰਹੇ ਸਤਾਉਂਦੀ। ਸੋਚਿਆ ਕੀਤੇ ਕੀ ਹੋ ਗਿਆ, ਸੋਚਿਆ ਕੀਤੇ ਕੀ ਹੋ ਗਿਆ, ਕੋਈ ਸਮਝ ਨਾ ਆਵੇ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਕਰੋਨਾ ਕਾਲ ਦਾ ਲਾਭ ਉਠਾ ਕੇ, ਕਾਲ ਦਾ ਲਾਭ ਉਠਾ ਕੇ, ਤੁਹਾਡੇ ਲਈ 3 ਬਿੱਲ ਲਿਆ ਕੇ, ਤੁਹਾਡੇ ਲਈ 3 ਬਿੱਲ ਲਿਆ ਕੇ। ਕਪਟੀ ਡੂੰਗੀ ਚਾਲ ਚੱਲੀ ਪਰ, ਕਪਟੀ ਡੂੰਗੀ ਚਾਲ ਚੱਲੀ ਪਰ ਤੋੜ ਚੜੇ ਨਹੀਂ ਦਾਵੇ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਭੁੱਲ ਕੇ ਮੇਰੀਆਂ ਸਖਤੀਆਂ ਜੇਲਾਂ, ਮੇਰੀਆਂ ਸਖਤੀਆਂ ਜੇਲਾਂ, ਸਾਰੇ ਮਲ ਕੇ ਬਹਿ ਗਏ ਰੇਲਾਂ, ਸਾਰੇ ਮਲ ਕੇ ਬਹਿ ਗਏ ਰੇਲਾਂ। ਇਕੱਠਾ ਹੋ ਮੁਲਖਈਆ ਸਾਰਾ, ਇਕੱਠਾ ਹੋ ਮੁਲਖਈਆ ਸਾਰਾ, ਪੈ ਗਿਆ ਕਰਕੇ ਤਾਵੇ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਪਹਿਲਾਂ ਸੋਚ ਸਕੀਮਾਂ ਵੱਡੀਆਂ, ਸੋਚ ਸਕੀਮਾਂ ਵੱਡੀਆਂ, ਜਾਣ ਬੁੱਝ ਕੇ ਰੋਕੀਆਂ ਗੱਡੀਆਂ, ਜਾਣ ਬੁੱਝ ਕੇ ਰੋਕੀਆਂ ਗੱਡੀਆਂ। ਖਾਦਾਂ ਕੋਇਲਾ ਰੋਕ ਵੇਖ ਲਿਆ, ਖਾਦਾਂ ਕੋਲਾ ਰੋਕ ਵੇਖ ਲਿਆ, ਫਿਰ ਵੀ ਝੁਕੇ ਨਾ ਬਾਵੇ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਉਹ ਪਹਿਲਾਂ ਮੀਟਿੰਗਾਂ ਵਿੱਚ ਉਲਝਾ ਕੇ, ਪਹਿਲਾਂ ਮੀਟਿੰਗਾਂ ਵਿੱਚ ਉਲਝਾ ਕੇ, ਬੁੱਧੂ ਲੋਕਾਂ ਤਾਈਂ ਬਣਾ ਕੇ, ਲੋਕਾਂ ਤਾਈਂ ਬਣਾ ਕੇ। ਤੋਮਰ ਚਮਚਾ ਵਰਤ ਕੇ ਚਾਲਾਂ, ਉਹ ਤੋਮਰ ਚਮਚਾ ਵਰਤ ਕੇ ਚਾਲਾਂ ਇਹਨਾਂ ਨੂੰ ਫਰਮਾਵੇ। ਕੀ ਕਰਾਂ ਅੰਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ, ਕੀ ਕਰਾਂ ਅੰਬਾਨੀ ਆਕਾ ਜੀ। ਦਲਤ ਪਤਾ ਵੀ ਖੇਡ ਵੇਖ ਲਿਆ, ਪਤਾ ਵੀ ਖੇਡ ਵੇਖ ਲਿਆ, ਈਡੀ ਦਾ ਕਰ ਰੇਡ ਵੇਖ ਲਿਆ,
ਕੋਠੀਆਂ ਕੋਈ ਢਾਂਗਰਾ ਸੁਨਾਇਆ ਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਮੇਰੀਆਂ ਸੱਬੇ ਤੋੜ ਦੀਵਾਰਾਂ ਮੇਰੀਆਂ ਸੱਬੇ ਤੋੜ ਦੀਵਾਰਾਂ ਅਥਰੂ ਗੋਲੇ ਤੇਜ ਬੁਸ਼ਾਰਾਂ ਗੋਲੇ ਤੇਜ ਬੁਸ਼ਾਰਾਂ ਵੱਡੇ ਬੈਰੀਕੇਡ ਤੋੜਦਾ ਵੱਡੇ ਬੈਰੀਕੇਡ ਤੋੜਦਾ ਹਰ ਕੋਈ ਨਾਰੇ ਲਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਗੋਦੀ ਮੀਡੀਏ ਜ਼ੋਰ ਲਗਾ ਕੇ ਮੀਡੀਏ ਜ਼ੋਰ ਲਗਾ ਕੇ ਦੇਸ਼ ਧਰੋਹੀ ਜੱਟ ਦਿਖਾ ਕੇ ਧਰੋਹੀ ਜੱਟ ਦਿਖਾ ਕੇ ਰੱਜ ਕੇ ਭਾਵੇਂ ਕੁਫਰ ਤੋਲਿਆ ਉਹ ਰੱਜ ਕੇ ਭਾਵੇਂ ਕੁਫਰ ਤੋਲਿਆ ਫਿਰ ਵੀ ਦਿਲ ਪਛਤਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਸੁਪਰੀਮ ਕੋਰਟ ਵੀ ਵੇਖ ਲਈ ਯਾਰਾਂ ਸੁਪਰੀਮ ਕੋਰਟ ਵੀ ਵੇਖ ਲਈ ਯਾਰਾਂ ਉੱਥੋਂ ਵੀ ਪਈਆਂ ਫਟਕਾਰਾਂ ਉੱਥੋਂ ਵੀ ਪਈਆਂ ਫਟਕਾਰਾਂ ਤੋਂ ਵੀ ਪਈਆਂ ਫਟਕਾਰਾਂ ਅੰਦੋਲਨ ਫੇਲ ਕਰਨ ਦਾ ਮੈਨੂੰ ਕੋਈ ਤਾਂ ਢੰਗ ਬਤਾਵੇ ਕੋਈ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਉਹ ਤੱਕ ਹਰਿਆਣਵੀ ਅਤੇ ਪੰਜਾਬੀ ਹਰਿਆਣੀ ਅਤੇ ਪੰਜਾਬੀ ਲਾਈ ਫਿਰ ਖੱਟੜ ਨੂੰ ਚਾਬੀ ਲਾਈ ਫਿਰ ਖੱਟੜ ਨੂੰ ਚਾਬੀ ਦੋ ਭਾਈਆਂ ਵਿੱਚ ਜ਼ਹਿਰ ਘੋਲ ਕੇ ਅਸਵੈਲ ਦਾ ਪਾੜਾ ਪਾ ਕੇ ਪਾੜਾ ਪਾਉਣਾ ਚਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਉਹ ਇੱਕ ਵੀ ਚਾਲ ਸਫਲ ਨਾ ਹੋਈ ਇੱਕ ਵੀ ਚਾਲ ਸਫਲ ਨਾ ਹੋਈ ਫਿਰ ਮੈਂ ਲਾ ਕੇ ਸ਼ਰਮ ਦੀ ਲੋਈ ਫਿਰ ਮੈਂ ਲਾ ਕੇ ਸ਼ਰਮ ਦੀ ਲੋਈ ਕੀ ਕਰਾਂ ਪਰ ਕੋਈ ਵੀ ਧੱਕਾ ਨਾ ਇੰਨਾ ਤਾਈਂ ਡਰਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਪੰਜਾਬ ਨਹੀਂ ਸਭ ਸੂਬੇ ਛਾ ਗਏ ਪੰਜਾਬ ਨਹੀਂ ਸਭ ਸੂਬੇ ਛਾ ਗਏ ਸਭ ਵਰਗਾਂ ਦੇ ਲੋਕੀ ਆ ਗਏ ਗਾਂ ਦੇ ਲੋਕੀ ਆ ਗਏ ਐਸਾ ਜਜ਼ਬਾ ਸੱਜ ਵਿਆਏ ਓਏ ਐਸਾ ਜਜ਼ਬਾ ਸੱਜ ਵਿਆਏ ਆ ਗਏ ਛੱਡ ਮਕਲਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਕੌਣ ਜੋ ਮੇਰੇ ਸਾਹਮਣੇ ਖੜਿਆ ਕੌਣ ਜੋ ਮੇਰੇ ਸਾਹਮਣੇ ਖੜਿਆ ਅੱਜ ਤੱਕ ਜੋੜਿਆ ਸੋ ਚੜਿਆ ਅੱਜ ਤੱਕ ਜੋੜਿਆ ਸੋ ਚੜਿਆ ਅੱਜ ਤੱਕ ਜੋ ਅੜਿਆ ਸੋ ਚੜਿਆ ਆ ਪਰ ਬਣੇ ਨੇ ਕਿਸ ਮਿੱਟੀ ਦੇ ਆ ਪਰ ਬਣੇ ਨੇ ਕਿਸ ਮਿੱਟੀ ਦੇ ਕੋਈ ਪੈਰ ਨਾ ਪਿੱਛੇ ਹਟਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਸੋਚਿਆ ਸੀ ਨਾ ਕਦ ਤੱਕ ਲੜਨਾ ਕਿਆ ਸੀ ਇਹਨਾਂ ਕਦ ਤੱਕ ਲੜਨਾ ਆਖਰ ਹਾਰ ਹੰਬ ਕੇ ਚੜਨਾ ਆਖਰ ਹਾਰ ਹੰਬ ਕੇ ਚੜਨਾ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਐਸੇ ਉੱਡਣੇ ਲਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਸਭ ਦੁਨੀਆ ਸੀ ਪਾਣੀ ਭਰਦੀ ਦੁਨੀਆ ਸੀ ਪਾਣੀ ਭਰਦੀ ਡੀਏ ਸੀ ਸਿਫਤਾਂ ਕਰਦੀ ਡੀਏਸੀ ਸਿਫਤਾਂ ਕਰਦੀ ਪਰ ਹੁਣ ਕੋਈ ਦਸੇ ਨਾ ਦਰਦੀ ਪਰ ਹੁਣ ਕੋਈ ਦਸੇ ਨਾ ਦਰਦੀ ਵਿੱਚ ਵਿਦੇਸ਼ਾਂ ਹੋਈ ਬਦਨਾਮੀ ਹਰ ਕੋਈ ਲਾਨਤ ਪਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਹੁੰਦੀ ਸੀ ਮੋਦੀ ਮੋਦੀ ਸਾਰੇ ਹੁੰਦੀ ਸੀ ਮੋਦੀ ਮੋਦੀ ਸਾਰੇ ਇਹਨਾਂ ਦਿਨੇ ਵਿਖਾਏ ਤਾਰੇ ਇਹਨਾਂ ਦਿਨੇ ਵਿਖਾਤੇ ਤਾਰੇ ਇਹਨਾਂ ਦਿਨੇ ਵਿਖਾਏ ਤਾਰੇ ਗੁਰਮੁਖੇ ਨਾ ਪੰਜਾਬ
ਛਡਾਵੇ ਕੀ ਕਰਾਂ ਅਡਾਨੀ ਆਕਾ ਜੀ ਮੇਰੀ ਪੇਸ਼ ਕੋਈ ਨਾ ਜਾਵੇ ਕੀ ਕਰਾਂ ਅੰਬਾਨੀ ਆਕਾ ਜੀ ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਜਿੱਦਾਂ ਜਿਹੜੇ ਕਵੀ ਹੁੰਦੇ ਆ, ਕਵੀਸ਼ਰ ਹੁੰਦੇ ਆ, ਢਾਡੀ ਹੁੰਦੇ ਆ, ਉਹ ਜਿਹੜੇ ਆ ਉਹ ਲੋਕ ਮਸਲਿਆਂ ਦੇ ਉੱਤੇ, ਪੰਥਕ ਮਸਲਿਆਂ ਦੇ ਉੱਤੇ ਕਵਿਤਾਵਾਂ ਲਿਖਦੇ ਆ। ਤਾਂ ਜਦੋਂ ਅਸੀਂ ਪੁਰਾਣੇ ਇਤਿਹਾਸ ਦੀ ਗੱਲ ਕਰਦੇ ਹਾਂ, ਸੂਰਮਿਆਂ ਯੋਧਿਆਂ ਦੀ ਗੱਲ ਕਰਦੇ ਹਾਂ, ਤਾਂ ਗਾਥਾਵਾਂ ਨੇ ਅਸੀਂ ਮੇਲਿਆਂ ਦੇ ਉੱਤੇ ਉਹਨਾਂ ਕਿੱਸਿਆਂ ਨੂੰ ਯਾਦ ਕਰਦੇ ਹਾਂ, ਉਹਨਾਂ ਬਹਾਦਰਾਂ ਨੂੰ, ਉਹਨਾਂ ਬੁਜ਼ਦਿਲਾਂ ਨੂੰ ਵੀ ਯਾਦ ਕਰਦੇ। ਲਾਹਨਤਾਂ ਬੁਜ਼ਦਿਲਾਂ ਨੂੰ ਪੈਂਦੀਆਂ ਨੇ, ਸ਼ਹੀਦਾਂ ਨੂੰ ਪ੍ਰਣਾਮ ਹੁੰਦੀ ਆ। ਤਾਂ ਤੁਸੀਂ ਕਵਿਤਾ ਲਿਖ ਕੇ ਆਏ ਹੋ, ਤੁਹਾਡੇ ਮਨ ਦੇ ਵਿੱਚ ਇਹ ਕਿੱਦਾਂ ਬਣਿਆ ਵੀ ਸਾਰੀ ਵਾਰਤਾ ਕਲਮ ਦੇ ਨਾਲ ਲਿਖੀ ਜਾਵੇ? ਵੇਖੋ, ਮੈਂ 50 ਸਾਲ ਤੋਂ ਮੇਰੀ ਸਰਵਿਸ ਹੈ ਔਰ ਸ਼੍ਰੋਮਣੀ ਕਵੀਸ਼ਰੀ ਦੇ ਬਾਬਾ ਬੋਲ ਜੋਗਾ ਸਿੰਘ ਜੀ ਜੋਗੀ, ਉਹਨਾਂ ਦੇ ਨਾਲ 50 ਸਾਲ ਸੇਵਾ ਕੀਤੀ ਆ। ਨਾਲ ਮੇਰੀ ਪੜ੍ਹਾਈ ਵੀ MA BSc BEd ਆ ਤੇ ਸਾਰੇ ਹਾਲਾਤਾਂ ਤੋਂ ਸਾਰਾ ਕੁਝ ਵੇਖਿਆ, ਜੋ ਕੁਝ ਵਾਪਰਿਆ ਸ਼ੁਰੂ ਤੋਂ ਲੈ ਕੇ ਸੰਘਰਸ਼ ਤੋਂ, ਉਹ ਸਾਰਾ ਕੁਝ ਹੀ ਦੱਸਣ ਦਾ ਯਤਨ ਕੀਤਾ ਵੀ ਕਿਹੜੀ ਕਿਹੜੀ ਚਾਲ ਚੱਲੀ ਆ ਤੇ ਸਾਰੀਆਂ ਚਾਲਾਂ ਫੇਲ ਹੋਈਆਂ ਤੇ ਅੱਜ ਤੱਕ ਕਾਮਯਾਬੀ ਆ। ਵੱਡੀ ਕਾਮਯਾਬੀ ਇਹ ਵੀ ਇਹ ਸ਼ਾਂਤਮਈ ਪੀਸਫੁਲ ਰਿਹਾ। ਇਹ ਇੰਨਾ ਲੰਮਾ ਸੰਘਰਸ਼ ਚੱਲੇ, ਇੰਨੇ ਯਤਨ ਕੀਤੇ ਜਾਣ, ਤਾਰ ਪੀੜੋ ਕਰਨ ਦੇ ਹਕੂਮਤਾਂ ਵੱਲੋਂ ਹਰ ਬਾਬ ਵਰਤਿਆ ਗਿਆ, ਪਰ ਸੱਚੇ ਪਾਤਸ਼ਾਹ ਦੀ ਕੋਈ ਵੱਖਰੀ ਕਿਰਪਾ ਇਸ ਸੰਘਰਸ਼ ਦੇ ਤੇ ਇਹੀ ਅਰਦਾਸ ਹੈ, ਗੁਰੂ ਮਹਾਰਾਜ ਸਫਲਤਾ ਬਖਸ਼ੋ। ਇਹ ਨੌਜਵਾਨ ਸਾਡੇ ਵੀਰ ਜਿਵੇਂ ਹੁਣ ਤੱਕ ਜਾਬਤਾ ਇਹਨਾਂ ਨੇ ਰੱਖਿਆ ਆਪਣੇ ਸੂਝਵਾਨ ਆਗੂਆਂ ਦਾ, ਕਿਸਾਨ ਆਗੂਆਂ ਦਾ, ਉਹਨਾਂ ਦੇ ਜ਼ਬਤ ਵਿੱਚ ਰਹਿ ਕੇ ਇਹਨਾਂ ਨੇ ਸਾਰਾ ਕੰਮ ਕੀਤਾ। ਅੱਗੋਂ ਵੀ ਇਸੇ ਤਰ੍ਹਾਂ ਚੱਲਣ ਤੇ ਵਾਹਿਗੁਰੂ ਤੇ ਭਰੋਸਾ, ਸਾਨੂੰ ਸਫਲਤਾ ਸਾਨੂੰ ਜ਼ਰੂਰ ਮਿਲੇਗੀ। ਇੱਕ ਮੈਂ ਹੋਰ ਪੁੱਛਣੀ ਚਾਹੁੰਦਾ, ਤੁਸੀਂ ਇਤਿਹਾਸਕਾਰ ਹੁੰਦੇ ਹੋ, ਤੁਸੀਂ ਲੋਕ ਇਤਿਹਾਸ ਲਿਖਦੇ ਹੋ, ਗਾਹੇ ਬਗਾਏ ਕੌਮ ਤੇ ਕੋਈ ਧੱਕਾ ਹੋਇਆ ਹੋਵੇ, ਸਾਡੇ ਵੱਡਿਆਂ ਨੇ ਸ਼ਹੀਦੀਆਂ ਦਿੱਤੀਆਂ ਹੋਣ, ਟੈਂਕਾਂ ਅੱਗੇ ਛਾਤੀਆਂ ਡਾਈਆਂ ਹੋਣ, ਬੰਦ ਕਟਵਾਏ ਹੋਣ, ਸਭ ਕੁਝ ਤੁਸੀਂ ਜਦੋਂ ਗਾਉਣੇ ਹੋ ਨਾ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ, ਅੱਖਾਂ 'ਚ ਅੱਥਰੂ ਵੀ ਆਉਂਦੇ ਆ, ਡੌਲੇ ਵੀ ਫਰਕਦੇ, ਬਹੁਤ ਕੁਛ ਆ। ਤਾਂ ਜਿੱਦਾਂ ਅਸੀਂ ਪੁਰਾਣੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਆ, ਦਿੱਲੀ ਜਿੱਤਣ ਦਾ ਇਤਿਹਾਸ ਆ, ਸੂਰਮਿਆਂ ਦਾ ਇਤਿਹਾਸ ਆ, ਸਾਕਾ ਨਨਕਾਣਾ ਸਾਹਿਬ ਉਹ ਆ, ਤਾਂ ਹੁਣ ਅੱਜ ਇਹ ਸਾਨੂੰ ਸ਼ਾਇਦ ਆਮ ਜੀਆਂ ਗੱਲਾਂ ਲੱਗਦੀਆਂ ਵੀ ਇੱਥੇ ਆ ਗਏ ਜੀ, ਲੱਖ ਬੰਦਾ ਆ ਗਿਆ ਜੀ, ਨੈਸ਼ਨਲ ਹਾਈਵੇ ਤੇ ਬਹਿ ਗਿਆ। ਤਾਂ ਅੱਜ ਤੋਂ ਜਦੋਂ 150 ਸਾਲ ਬਾਅਦ ਜਦੋਂ ਸਾਡੇ ਅਗਲੀ ਪੀੜ੍ਹੀ, ਤੁਹਾਡੇ ਬੱਚੇ, ਹੋਰ ਸਾਡੇ ਆਉਣ ਵਾਲੇ ਕਵੀ ਕਵਿੱਤਰੀਆਂ, ਕਵੀਸ਼ਰ ਢਾਡੀ ਲਿਖਣਗੇ, ਗਾਉਣਗੇ, ਤਾਂ ਇਹ ਚੀਜ਼ਾਂ ਵਿੱਚ ਵਰਣਨ ਹੋਣਗੀਆਂ ਵੀ ਇੱਕ ਰਾਜਾ ਹੁੰਦਾ ਸੀ, ਮੋਦੀ ਸੀ, ਉਹਨੂੰ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਕਾਨੂੰਨ ਵਾਪਸ ਕਰਾਏ, ਇੱਦਾਂ ਲੜੇ। ਵੇਖੋ, ਇਹ ਤੇ ਦੋ ਚੀਜ਼ਾਂ, ਨੇਕੀ ਤੇ ਬਦੀ, ਜਦੋਂ ਦਾ ਸੰਸਾਰ ਤੁਰਿਆ ਹੁੰਦਾ। ਜਿਹਨੇ ਮਾੜਾ ਕੰਮ ਕੀਤਾ, ਹੁਣ ਗੰਗੂ ਨੇ ਸਾਹਿਬਜ਼ਾਦੇ ਫੜਾਏ, ਸੁੱਚਾ ਨੰਦ ਨੇ ਆਖਿਆ ਇਹਨਾਂ ਨੂੰ ਮਾਰ ਦਿਓ, ਉਹਨਾਂ ਨੂੰ ਲੋਕ ਲਾਹਨਤਾਂ ਪਾਉਂਦੇ ਆ। ਜੇ ਬਾਬਾ ਮੋਤੀ ਰਾਮ ਮਹਿਰੇ ਨੇ ਦੁੱਧ ਛਕਾਇਆ, ਉਹਨੂੰ ਅੱਜ ਤੱਕ ਦੁਨੀਆ ਯਾਦ ਕਰਦੀ ਹੈ। ਜੇ ਸ਼ੇਰ ਮੁਹੰਮਦ ਖਾਨ ਨੇ ਆਧਾ ਨਾਰਾ ਮਾਰਿਆ, ਉਹਨਾਂ ਮਲੇਰ ਕੋਟੀਆਂ ਦਾ ਸਤਿਕਾਰ ਕੌਮ ਕਰਦੀ ਆ ਤੇ ਜਦ ਤੱਕ ਦੁਨੀਆ ਕਰਦੀ ਰਹੇਗੀ। ਇਸੇ ਤਰ੍ਹਾਂ ਜੇ ਭਜਨ ਲਾਲ ਨੇ ਕਦੇ ਸਿੱਖਾਂ ਨੂੰ ਰੋਕਿਆ ਸੀ ਦਿੱਲੀ ਆਉਣ ਤੋਂ ਏਸ਼ੀਅਨ ਗੇਮ ਵੇਲੇ, ਜਿਨ੍ਹਾਂ ਕਾਲੇ ਅੱਖਰਾਂ ਵਿੱਚ ਉਹਦਾ ਨਾਂ ਹੈ, ਉਸੇ ਤਰ੍ਹਾਂ ਇਸੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਇਹਨੂੰ ਲੋਕੀ ਲਾਹਨਤਾਂ ਪਾਉਂਦੇ ਰਹਿਣਗੇ। ਜਿਵੇਂ ਮੋਦੀ ਨੂੰ ਲਾਹਨਤਾਂ ਪਾਉਣਗੇ, ਉੱਥੇ ਖੱਟਰ ਨੂੰ ਵੀ ਲਾਹਨਤਾਂ ਪਾਉਂਦੇ ਰਹਿਣਗੇ। ਤੇ ਜਿਹੜੇ ਹੱਕ ਸੱਚ ਲਈ ਲੜ ਰਹੇ ਜੁਝਾਰੂ ਸੂਰਮੇ, ਛੋਟੇ ਛੋਟੇ ਬੱਚੇ, ਅੱਜ ਇੱਥੇ ਇੱਕ ਸਵਾਲ ਕੀਤਾ ਸੀ ਵੀ ਬੱਚਿਆਂ ਨੂੰ ਠੰਡ ਨਹੀਂ ਲੱਗਦੀ। ਇਹ 81-82 ਸਾਲ ਦੇ ਮਾਤਾ ਬਿਰਧ ਸਾਡੇ ਬਾਪੂ ਬੈਠੇ ਆ, ਤੇ ਅੱਗੋਂ ਜਵਾਬ ਸੀ ਜਦੋਂ ਠੰਡ ਲੱਗਦੀ ਆ ਉਹ ਠੰਡੇ ਬੁਰਜ ਵੱਲ ਧਿਆਨ ਕਰ ਲਈਦਾ। 81-82 ਸਾਲ ਦੀ ਬਿਰਧ ਮਾਤਾ ਗੁਜਰੀ ਤੇ 6 ਸਾਲ ਦੇ 8 ਸਾਲ ਦੇ ਮਾਸੂਮ ਬੱਚੇ ਠੰਡੇ ਬੁਰਜ ਵਿੱਚ, ਕੋਈ ਬਿਸਤਰਾ ਵੀ ਉਹਨਾਂ ਦੇ ਕੋਲ ਨਹੀਂ ਸੀ। ਜੇ ਉਹਨਾਂ ਨੇ ਇਹ ਦੁੱਖ ਝੱਲੇ ਆ ਤੇ ਅਸੀਂ ਵੀ ਉਹਨਾਂ ਦੇ ਵਾਰਸ ਹਾਂ। ਸੋ ਇਤਿਹਾਸ ਤੋਂ ਹੀ ਲੋ ਲੈ ਕੇ, ਲਾਈਟ ਲੈ ਕੇ ਕੌਮਾਂ ਤੁਰਦੀਆਂ। ਸਤਿਗੁਰੂ ਕਿਰਪਾ ਕਰੇ ਸਾਨੂੰ ਸਫਲਤਾ ਮਿਲੇ ਤੇ ਗਦਾਰਾਂ ਨੂੰ ਵੀਰਾਂ ਲਾਹਨਤਾਂ ਹੀ ਪੈਂਦੀਆਂ, ਚੰਗਿਆਂ ਨੂੰ ਲੋਕ ਸਤਿਕਾਰਦੇ। ਬਹੁਤ ਧੰਨਵਾਦ ਜੀ ਭਾਈ ਗੁਰਮੁਖ ਸਿੰਘ ਜੀ ਐਮੀ ਦੇ ਪੂਰੇ ਜਥੇ ਦਾ। ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਦੇਖਦੇ ਰਹਿੰਦੇ ਆ, ਦਰਸ਼ਨ ਕਰਦੇ ਰਹਿੰਦੇ ਇਹਨਾਂ ਜਥਿਆਂ ਦੇ। ਜਦੋਂ ਇਤਿਹਾਸ ਨੂੰ ਸੁਣਾਉਂਦੇ ਆ ਤਾਂ ਇੱਦਾਂ ਲੱਗਦਾ ਵੀ ਜਿਵੇਂ ਕੋਈ ਫਿਲਮ ਚੱਲ ਰਹੀ ਆ। ਤਾਂ ਮੋਦੀ ਸਲਤਨਤ ਨੇ ਜੋ ਕਿਸਾਨਾਂ ਦੇ ਉੱਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਕਵਿਤਾ ਵੀ ਸੁਣਾਈ ਆ, ਉਹਨੂੰ ਬੜੇ ਸੁਚੱਜੇ ਤਰੀਕੇ ਦੇ ਨਾਲ ਮੋਤੀਆਂ ਵਾਂਗ ਪਰੋ ਕੇ ਸਾਨੂੰ ਸੁਣਾਇਆ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।